ਆਪ ਸਮੂਹ ਸਰਬੱਤ ਸੰਗਤ ਦਾ ਬਹੁਤ-ਬਹੁਤ ਧੰਨਵਾਦ ਜੋ ਅੱਜ ਦੀ ਇਸ ਆਨਲਾਈਨ ਸ਼ਾਮ ਦੀ ਕਲਾਸ ਵਿੱਚ ਆਪ ਜੀ ਜੁੜੇ ਹੋ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਜੋ ਪਾਵਨ ਬਾਣੀ ਹੈ, ਉਸ ਬਾਣੀ ਦੀ ਆਪਾਂ ਲੜੀਵਾਰ ਸੰਥਿਆ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ ਜੋ ਹੈ 199 199 ਇਸ ਪਾਵਨ ਅੰਗ ਦੇ ਉੱਪਰ ਜੋ ਹੈ ਆਪਾਂ ਅੱਜ ਦਾ ਸ਼ਬਦ ਆਰੰਭ ਕਰਨਾ ਹੈ। ਸੋ ਆਪ ਜੀ ਕਰੋ ਗੁਰਫਤਿਹ ਦੀ ਸਾਂਝ ਤੇ ਆਪਾਂ ਸੰਥਿਆ ਆਰੰਭ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਮਹੱਲਾ ਪੰਜਵਾ। ਸੋ ਕਿਛ ਕਰ ਜਿਤ ਮੈਲ ਨ ਲਾਗੈ, ਹਰ ਕੀਰਤਨ ਮੈਂ ਇਹੋ ਮਨ ਜਾਗੈ ਰਹਾਉ। ਏਕੋ ਸਿਮਰ ਨ ਦੂਜਾ ਭਾਉ, ਸੰਤ ਸੰਗ ਜਪ ਕੇਵਲ ਨਾਉ। ਕਰਮ ਧਰਮ ਨੇਮ ਬ੍ਰਤ ਪੂਜਾ, ਪਾਰ ਬ੍ਰਹਮ ਬਿਨ ਜਾਨ ਨ ਦੂਜਾ। ਤਾਕੀ ਪੂਰਨ ਹੋਈ ਕਾਲ, ਜਾ ਕੀ ਪ੍ਰੀਤ ਆਪਣੇ ਪ੍ਰਭ ਨਾਲ। ਸੋ ਬੈਸਨੋ ਹੈ ਅਪਰ ਅਪਾਰ, ਕਹੋ ਨਾਨਕ ਜਿਨ ਤਜੇ ਵਿਕਾਰ। ਇਹ ਅੱਜ ਦਾ ਜਿਹੜਾ ਪਾਵਨ ਸ਼ਬਦ ਹੈ ਗੌੜੀ ਮਹੱਲਾ ਪੰਜਵਾ। ਗੌੜੀ ਇਸ ਰਾਗ ਦਾ ਨਾਮ ਹੈ। ਮਹੱਲਾ ਪੰਜਵਾ ਭਾਵ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪੰਜਵੀਂ ਜੋਤ ਦੇ ਪੰਜਵੇਂ ਮਾਲਕ ਇਹ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਉਚਾਰਿਆ ਹੋਇਆ ਹੈ। ਮੇਰੇ ਸਤਿਗੁਰਾਂ ਨੇ ਆਖਿਆ, ਕਹਿੰਦੇ ਸੋ ਕਿਛ ਕਰ, ਇੱਥੇ ਵਿਸ਼ਰਾਮ ਆਏਗਾ ਜੀ, ਜਿਤ ਮੈਲ ਨਾ ਲਾਗੈ। ਕਹਿੰਦੇ ਆਪਣੇ ਜੀਵਨ ਦੇ ਅੰਦਰ ਉਹ ਕਰਮ ਕਰ ਜਿਸ ਕਰਮ ਦੇ ਨਾਲ ਤੇਰੇ ਮਨ ਨੂੰ ਜਿਹੜੀ ਹੈ ਵਿਕਾਰਾਂ ਦੀ ਮੈਲ ਨਾ ਲੱਗੇ। ਹਰ ਕੀਰਤਨ ਮੈਂ ਇਹੋ ਮਨ ਜਾਗੈ। ਹੁਣ ਵੇਖੋ ਮਨ ਨੂੰ ਵਿਕਾਰਾਂ ਦੀ ਮੈਲ ਨਾ ਲੱਗੇ, ਕਹਿੰਦੇ ਇਹੋ ਜਿਹਾ ਕੰਮ ਕਰ। ਉਹ ਕੰਮ ਕਿਹੜਾ ਹੈ? ਹਰ ਕੀਰਤਨ। ਜਦੋਂ ਤੂੰ ਹਰੀ ਦੇ ਕੀਰਤਨ ਵਿੱਚ ਕਹਿੰਦੇ ਜੁੜੇਗਾ ਨਾ, ਇਹੋ ਮਨ ਜਾਗੈ, ਤੇ ਤੇਰਾ ਇਹ ਮਨ ਜਿਹੜਾ ਹੈ ਉਹ ਸਦਾ ਦੇ ਵਾਸਤੇ ਜਾਗ ਜਾਏਗਾ। ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਏਕੋ ਸਿਮਰ ਨ ਦੂਜਾ ਭਾਉ। ਕਹਿੰਦੇ ਇੱਕੋ ਪ੍ਰਮਾਤਮਾ ਨੂੰ ਸਿਮਰ ਤੇ ਕਿਸੇ ਹੋਰ ਦਾ ਪਿਆਰ ਜਿਹੜਾ ਹੈ ਨਾ, ਭਾਉ ਦਾ ਅਰਥ ਹੈ ਪਿਆਰ, ਕਿਸੇ ਹੋਰ ਦਾ ਪਿਆਰ ਆਪਣੇ ਮਨ ਵਿੱਚ ਨਾ ਲਿਆ। ਸੰਤ ਸੰਗ ਜਪ ਕੇਵਲ ਨਾਉ। ਫਿਰ ਮੇਰੇ ਪਾਤਸ਼ਾਹ ਕਹਿੰਦੇ ਕਿ ਸੰਤ ਸੰਗ, ਸਾਧ ਸੰਗਤ ਦੇ ਵਿੱਚ ਟਿਕ ਕੇ ਕੇਵਲ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹ ਜਪ। ਕਰਮ ਧਰਮ ਨੇਮ ਬ੍ਰਤ ਪੂਜਾ। ਕਹਿੰਦੇ ਧਰਮ ਦੇ ਨਾਮ ਤੇ ਜਿਹੜੇ ਕਰਮ ਹਨ, ਜਿਹੜੇ ਨੇਮ ਨੇ, ਵਰਤ ਆਦਿ, ਜਿਹੜੀ ਪੂਜਾ ਆਦਿ ਹੈ, ਇਹ ਸਾਰਾ ਕੁਛ। ਵਰਤ ਦਾ ਅਰਥ ਤੁਸੀਂ ਸਮਝਦੇ ਹੋ, ਵਰਤ ਰੱਖਣੇ, ਉਪਵਾਸ ਰੱਖਣਾ, ਭੁੱਖੇ ਰਹਿਣਾ। ਕਹਿੰਦੇ ਧਰਮ ਦੇ ਨਾਮ ਤੇ ਜਿਹੜੇ ਕਰਮ ਨੇ, ਨੇਮ ਨੇ, ਬ੍ਰਤ ਆਦਿ ਰੱਖਣੇ, ਪੂਜਾ ਆਦਿ ਕਰਨੀ, ਪਾਰ ਬ੍ਰਹਮ ਬਿਨ ਜਾਨ ਨਾ ਦੂਜਾ। ਫਿਰ ਮੇਰੇ ਸੱਚੇ ਪਾਤਸ਼ਾਹ ਨੇ ਆਖਿਆ, ਭਾਈ ਉਸ ਪਰਮਾਤਮਾ ਤੇ ਉਹਦੇ ਨਾਮ ਤੋਂ ਬਿਨਾਂ ਦੂਜੇ ਕੰਮ ਨੂੰ ਕੁਝ ਵੀ ਨਾ ਸਮਝ। ਇਹਦਾ ਅਰਥ ਇਹ ਬਣੇਗਾ ਕਿ ਜਿਹੜੇ ਕਰਮ ਧਰਮ ਨੇ, ਨੇਮ ਨੇ, ਬ੍ਰਤ ਪੂਜਾ, ਪਰਮਾਤਮਾ ਦੇ ਨਾਮ ਦੇ ਤੋਲੇ ਇਹਨਾਂ ਚੋਂ ਕੁਛ ਵੀ ਨਹੀਂ ਹੈ। ਫਿਰ ਗੁਰੂ ਸਾਹਿਬ ਕਹਿੰਦੇ ਤਾਂ ਕੀ ਪੂਰਨ ਹੋਈ ਕਾਲ, ਜਾ ਕੀ ਪ੍ਰੀਤ ਆਪਣੇ ਪ੍ਰਭ ਨਾਲ। ਕਹਿੰਦੇ ਉਹਦੀ ਕਾਲ ਜਿਹੜੀ ਉਹ ਪੂਰੀ ਹੋ ਗਈ। ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਉਹਦੀ ਕਾਲ ਜਿਹੜੀ ਉਹ ਪੂਰੀ ਹੋ ਗਈ। ਕਾਲ ਦਾ ਵੈਸੇ ਅਰਥ ਮਿਹਨਤ ਵੀ ਕਰਦੇ ਨੇ। ਕਿਹਦੀ? ਮੇਰੇ ਪਾਤਸ਼ਾਹ ਫਿਰ ਕਹਿੰਦੇ ਜਾ ਕੀ ਪ੍ਰੀਤ ਆਪਣੇ ਪ੍ਰਭ ਨਾਲ। ਜਿਸ ਜੀਵ ਦੀ ਪ੍ਰੀਤ ਜਿਹੜੀ ਆਪਣੇ ਪ੍ਰਭੂ, ਆਪਣੇ ਪ੍ਰਮਾਤਮਾ ਨਾਲ ਬਣੀ, ਉਹਦੀ ਕਾਲ ਪੂਰੀ ਹੋ ਗਈ। ਸੋ ਬੈਸਨੋ ਹੈ ਅਪਰ ਅਪਾਰ। ਪਾਤਸ਼ਾਹ ਕਹਿੰਦੇ ਸੋ ਬੈਸਨੋ ਹੈ। ਅਸਲ ਵਿੱਚ ਬੈਸ਼ਨੋ ਹੈ। ਬੈਸ਼ਨੋ ਦਾ ਵੈਸੇ ਅਰਥ ਹੁੰਦਾ ਹੈ ਵਿਸ਼ਨੂੰ ਦਾ ਭਗਤ। ਕਹਿੰਦੇ ਉਹ ਨਹੀਂ ਜਿਹੜਾ ਕਰਮ ਧਰਮ ਦੇ ਨਾਮ ਤੇ ਕਰਮਕਾਂਡ ਕਰਦਾ ਹੈ, ਵਰਤਾਦ ਰੱਖਦਾ, ਪੂਜਾ ਕਰਦਾ, ਉਹ ਬੈਸ਼ਨੋ ਨਹੀਂ ਹੈ। ਮੇਰੇ ਸੱਚੇ ਪਾਤਸ਼ਾਹ ਕਹਿੰਦੇ ਉਹ ਇਨਸਾਨ ਅਸਲ ਵਿੱਚ ਫਿਰ ਉਹ ਬੈਸ਼ਨੋ ਬਣ ਜਾਂਦਾ, ਉਹ ਸ੍ਰੇਸ਼ਟ ਬਣ ਜਾਂਦਾ ਹੈ। ਕਹੋ ਨਾਨਕ ਜਿਨ ਤਜੇ ਵਿਕਾਰ। ਵਿਕਾਰ ਬਾਬੇ ਨੂੰ ਸਿਆਰੀਏ। ਸੱਚੇ ਪਾਤਸ਼ਾਹ ਕਹਿੰਦੇ ਵੀ ਜਿਸ ਇਨਸਾਨ ਨੇ, ਜਿਸ ਜੀਵ ਨੇ ਆਪਣੇ ਅੰਦਰੋਂ ਜਿਹੜੇ ਵਿਕਾਰ ਨੇ ਨਾ ਉਹ ਬਾਹਰ ਕੱਢ ਦਿੱਤੇ, ਇੱਥੇ ਉਹਦੀ ਗੱਲ ਕਰ ਰਹੇ ਨੇ। ਉਹ ਬੈਸ਼ਨੋ ਹੈ, ਅਪਰ ਅਪਾਰ ਹੈ, ਉਸ ਪਰਮਾਤਮਾ ਦੇ ਨੇੜੇ ਹੈ।
अगले शब्द विच कहिंदे गौड़ी महला पंजवा, जीवत छाड़ जाहे देवाने, मोया उन ते को वरसाने। सिमर गोविंद मन तन धुर लिखिया, काहू काज न आवत बिखिया रहाओ। बिखै ठगौरी जिन जिन खाई, ताकी तृष्णा कबहू न जाई। दारुन दुख दुतर संसार, राम नाम बिन कैसे उतरस पार। साध संग मिल दोय कुल साध, राम नाम नानक आराध। गौड़ी महला पंजवा। मेरे सच्चे पातशाह कहंदे जीवत छाड़ जाहे दीवाने। वाहिगुरु वाहिगुरु कहंदे जीवत छाड़ जाहे दीवाने। दीवाने दा अर्थ है, मेरे सच्चे थोड़ा जिहा माफी चाहुंदा, थोड़ा जिहा ना इंटरनेट। हेलो वाहिगुरु, हाँ जी ठीक है जी। सच्चे पातशाह कहंदे जीवत छाड़ जाहे दीवाने। दीवाने ਦਾ ਵੈਸੇ ਅਰਥ ਇਹ ਝੱਲੇ ਮਨੁੱਖ ਜਿਹੜੇ ਮਾਇਕ ਪਦਾਰਥਾਂ ਨੂੰ ਜਿਉਂਦਿਆਂ ਹੀ ਛੱਡ ਦਿੰਦੇ ਨੇ। ਉਹ ਜੀਵ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚੋਂ ਜਿਉਂਦਿਆਂ ਹੀ ਮਾਇਕ ਪਦਾਰਥਾਂ ਨੂੰ, ਵੇਖੋ ਮਰਨ ਤੋਂ ਬਾਅਦ ਤੇ ਆਪਾਂ ਸਭ ਕੁਝ ਛੱਡ ਕੇ ਇੱਥੋਂ ਚਲੇ ਜਾਣਾ, ਪਰ ਜਿਹੜੇ ਜਿਉਂਦਿਆਂ ਹੀ ਛੱਡ ਜਾਂਦੇ ਨੇ। ਪਾਤਸ਼ਾਹ ਕਹਿੰਦੇ ਮੋਇਆ ਉਨ ਤੇ ਕੋ ਵਰਸਾਨੇ। ਕਹਿੰਦੇ ਮੌਤ ਆਉਣ ਤੇ ਉਹਨਾਂ ਪਾਸੋਂ ਕੌਣ ਕੋਈ ਲਾਭ ਉਠਾ ਸਕਦਾ ਹੈ? ਕੋਈ ਨਹੀਂ, ਕੁਛ ਵੀ ਉਹਨਾਂ ਤੋਂ ਨਹੀਂ ਮਿਲਦਾ। ਰਹਾਉ ਬਿਖੈ ਠਗੌਰੀ ਜਿਨ ਜਿਨ ਖਾਈ। ਮੇਰੇ ਸੱਚੇ ਪਾਤਸ਼ਾਹ ਕਹਿੰਦੇ ਬਿਖੈ ਠਗੌਰੀ ਜਿਨ ਜਿਨ ਖਾਈ। ਵਾਹਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੇ ਅਗਲੇ ਬਚਨ ਕਹੇ, ਵਾਹਿਗੁਰੂ ਸਿਮਰ ਗੋਬਿੰਦ ਮਨ ਤਨ ਧੁਰ ਲਿਖਿਆ। ਕਹਿੰਦੇ ਸਿਮਰ ਗੋਬਿੰਦ, ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਸਿਮਰ ਜਿਹੜਾ ਮਨ ਤਨ ਧੁਰ ਲਿਖਿਆ। ਧੁਰ ਤੋਂ ਹੀ ਤੇਰੇ ਮਨ ਤੇਰੇ ਤਨ ਤੇ ਲਿਖਿਆ ਹੈ, ਉਕਰਿਆ ਹੋਇਆ ਹੈ। ਉਸ ਗੋਬਿੰਦ ਵਾਹਿਗੁਰੂ ਨੂੰ ਸਿਮਰ ਕਿਉਂ? ਕਿਉਂਕਿ ਕਾਹੂ ਕਾਜ ਨਾ ਆਵਤ ਬਿਖਿਆ। ਸੱਚੇ ਪਾਤਸ਼ਾਹ ਕਹਿੰਦੇ ਕਾਹੂ ਕਾਜ ਨਾ ਆਵਤ ਬਿਖਿਆ। ਬਿਖਿਆ ਮਾਇਆ, ਕਿਉਂਕਿ ਮਾਇਆ ਜਿਹੜੀ ਹੈ ਕਿਸੇ ਵੀ ਕੰਮ ਨਹੀਂ ਆਉਂਦੀ। ਇਨਸਾਨ ਜਿੰਨਾ ਮਰਜ਼ੀ ਜੀਵ ਜਿੰਨਾ ਮਰਜ਼ੀ ਇਹਦੇ ਪਿੱਛੇ ਭੱਜ ਦੌੜ ਕਰਦਾ ਫਿਰੇ, ਸੱਚੇ ਪਾਤਸ਼ਾਹ ਕਹਿੰਦੇ ਕਿਸੇ ਕੰਮ ਨਹੀਂ ਆਉਂਦੀ। ਬਿਖੈ ਠਗੌਰੀ ਜਿਨ ਜਿਨ ਖਾਈ। ਉਹ ਇਨਸਾਨ, ਉਹ ਜੀਵ ਕਹਿੰਦੇ ਚੇਤੇ ਰੱਖ, ਜਿਸ ਜਿਸ ਮਨੁੱਖ ਨੇ ਵਿਸ਼ਿਆਂ ਦੀ ਠਗੌਰੀ ਦਾ ਅਰਥ ਠੱਗ ਬੂਟੀ ਖਾਧੀ ਹੈ ਨਾ, ਤਾਂ ਕਿ ਤ੍ਰਿਸ਼ਨਾ ਕਬਹੂ ਨਾ ਜਾਈ। ਉਹ ਜਿੰਨਾ ਮਰਜ਼ੀ ਕਹਿੰਦੇ ਜ਼ੋਰ ਲਾ ਲੈਣ, ਉਹਨਾਂ ਦੀ ਤ੍ਰਿਸ਼ਨਾ ਕਦੇ ਵੀ ਜਿਹੜੀ ਉਹ ਖਤਮ ਨਹੀਂ ਹੁੰਦੀ। ਦਾਰਨ ਦੁੱਖ ਦੁੱਤਰ ਸੰਸਾਰ। ਕਹਿੰਦੇ ਦਾਰਨ ਦਾ ਅਰਥ ਹੈ ਭਿਆਨਕ, ਦੁੱਤਰ ਦਾ ਅਰਥ ਹੈ ਜਿਸ ਤੋਂ ਪਾਰ ਲੰਘਣਾ। ਦੁੱਤਰ ਜਿਹਨੂੰ ਤਰ ਕੇ ਨਾ ਲੰਘਿਆ ਜਾ ਸਕੇ। ਕਹਿੰਦੇ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਬੜਾ ਔਖਾ ਹੈ, ਕਿਉਂਕਿ ਦੁੱਖਾਂ ਨਾਲ ਭਰਿਆ ਹੈ। ਰਾਮ ਨਾਮ ਬਿਨ ਕੈਸੇ ਉਤਰਸ ਪਾਰ। ਤੇ ਪਾਤਸ਼ਾਹ ਕਹਿੰਦੇ ਦੱਸ, ਇੱਕ ਤੇ ਤੇਰੇ ਕੋਲ, ਇੱਕ ਤੇ ਸੰਸਾਰ ਸਮੁੰਦਰ ਬੜਾ ਭਿਆਨਕ ਹੈ, ਦੂਜਾ ਤੇਰੇ ਕੋਲ ਪਾਤਸ਼ਾਹ ਜੀ ਕਹਿੰਦੇ ਵੀ ਪ੍ਰਮਾਤਮਾ ਦਾ ਨਾਮ ਨਹੀਂ ਹੈ, ਤੇ ਫਿਰ ਕਿਵੇਂ ਪਾਰ ਲੰਘੇਗਾ? ਕਿਉਂਕਿ ਜਿਹਦੇ ਤੇ ਚੜ ਕੇ ਜਾਣਾ ਹੈ, ਜਿਹੜਾ ਗੁਰੂ ਰੂਪੀ ਜਹਾਜ਼ ਹੈ, ਉਹ ਤੇਰੇ ਕੋਲ ਹੈ ਨਹੀਂ, ਤੇ ਫਿਰ ਕਿਵੇਂ ਕਹਿੰਦੇ ਵੀ ਤੂੰ ਪਾਰ ਲੰਘ ਕੇ ਜਾਏਗਾ? ਰਾਮ ਨਾਮ ਬਿਨ ਕੈਸੇ ਉਤਰਸ ਪਾਰ, ਕਿਵੇਂ ਪਾਰ ਲੰਘੇਗਾ? ਕਹਿੰਦੇ ਸਾਧ ਸੰਗ ਮਿਲ ਦੋਏ ਕੁਲ ਸਾਧ। ਦੋਏ ਕੁਲ ਦਾ ਅਰਥ ਹੈ ਲੋਕ ਤੇ ਪਰਲੋਕ। ਸਾਧ ਸੰਗਤ ਦੇ ਵਿੱਚ ਪਾਤਸ਼ਾਹ ਕਹਿੰਦੇ ਮਿਲ ਤੇ ਆਪਣੇ ਦੋਵੇਂ ਕੁਲ ਜਿਹੜੇ ਨੇ ਨਾ ਉਹ ਸਵਾਰ ਲੈ। ਲੋਕ ਵੀ ਸਵਾਰ ਲੈ, ਪਰਲੋਕ ਵੀ ਸਵਾਰ ਲੈ। ਰਾਮ ਨਾਮ ਨਾਨਕ ਆਰਾਧ। ਕਹਿੰਦੇ ਆਰਾਧ ਦਾ ਅਰਥ ਹੈ ਸਿਮਰ। ਉਸ ਰਾਮ ਦੇ ਨਾਮ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਸਿਮਰ, ਉਸ ਰਾਮ ਦੇ ਨਾਮ ਨੂੰ ਜਪ। ਗੌੜੀ ਮਹੱਲਾ ਪੰਜਵਾ। ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮਹਿ ਸਾੜੀ। ਪੂਰਾ ਨਿਆਉ ਕਰੇ ਕਰਤਾਰ, ਆਪਣੇ ਦਾਸ ਕਉ ਰਾਖਣ ਹਾਰ। ਰਿਹਾਉ ਆਦ ਜੁਗਾਦ ਪ੍ਰਗਟ ਪ੍ਰਤਾਪ, ਨਿੰਦਕ ਮੁਆ ਉਪਜ ਵੱਡ ਤਾਪ। ਤਿਨ ਮਾਰਿਆ ਜੇ ਰੱਖੈ ਨਾ ਕੋਏ,
आगे पाछै मंदी सोए, अपने दास राखै कंठ लाए, शरण नानक हर नाम ते आए। ਇਹ ਜਿਹੜਾ ਸ਼ਬਦ ਹੈ ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੁਝ ਜਿਹੜੇ ਵਿਦਵਾਨ ਨੇ ਉਹ ਕਹਿੰਦੇ ਨੇ ਕਿ ਇੱਕ ਇਤਿਹਾਸਕ ਸ਼ਬਦ ਵੀ ਹੈ, ਕਿਉਂਕਿ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਨੇ, ਉਦੋਂ ਸਤਿਗੁਰਾਂ ਤੇ ਹਮਲੇ ਵੀ ਹੋਏ, ਮਿਟਾਉਣ ਦਾ ਯਤਨ ਵੀ ਕੀਤਾ ਗਿਆ, ਖਤਮ ਕਰਨ ਦਾ ਯਤਨ ਵੀ ਕੀਤਾ ਗਿਆ। ਉਦੋਂ ਸੁਲਹੀ ਚੜ ਕੇ ਆਇਆ ਸੀ ਗੁਰੂ, ਸੁਲਹੀ ਖਾਂ ਆਇਆ ਗੁਰੂ ਸਾਹਿਬ ਤੇ ਚੜ ਕੇ। ਜਦੋਂ ਆਇਆ ਸੀ ਚੜ ਕੇ ਤੇ ਇਹਨੇ ਦਾੜੀ ਤੇ ਹੱਥ ਫੇਰ ਕੇ ਗਿਆ ਸੀ, ਕਹਿੰਦਾ ਸੀ ਮੈਂ ਛੱਡਣਾ ਨਹੀਂ ਕੁਛ ਵੀ। ਪਰ ਅਸੀਂ ਇਤਿਹਾਸ ਵਿੱਚ ਪੜ੍ਹਿਆ ਹੈ ਕਿ ਰਸਤੇ ਵਿੱਚ ਹੀ ਇਹ ਅੱਗ ਵਿੱਚ ਸੜ ਗਿਆ ਸੀ। ਪ੍ਰਿਥੀ ਚੰਦ ਦੇ ਭੱਠੇ ਤੇ ਉੱਥੇ ਸੜ ਗਿਆ ਸੀ। ਸੱਚੇ ਪਾਤਸ਼ਾਹ ਨੇ ਫਿਰ ਇਹ ਸ਼ਬਦ ਕਹਿੰਦੇ, ਇਤਿਹਾਸਕਾਰ ਕਹਿੰਦੇ ਉਚਾਰਿਆ ਕਿ ਗਰੀਬਾਂ ਉੱਪਰ ਜੇ ਖਿੰਚੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਕਹਿੰਦੇ ਜਿਹੜੀ ਦਾੜੀ ਗਰੀਬਾਂ ਦੇ ਉੱਪਰ ਖਿੱਚਦੀ ਹੈ, ਜੇ ਕੋਈ ਗਰੀਬੜਿਆਂ ਉੱਤੇ ਆਪਣੀ ਦਾੜੀ ਤੇ ਹੈਂਕੜ ਨਾਲ ਹੱਥ ਫੇਰਦਾ ਹੈ ਨਾ, ਪਾਰ ਬ੍ਰਹਮ ਸਾ ਅਗਨ ਮਹਿ ਸਾੜੀ, ਕਹਿੰਦੇ ਉਹ ਸਦਾ ਦੀ ਪਰਮਾਤਮਾ ਖਤਮ ਕਰ ਦਿੰਦਾ ਹੈ, ਸਦਾ ਦੇ ਵਾਸਤੇ ਉਹਨੂੰ ਪੂਰਾ ਨਿਆਂ ਕਰੇ ਕਰਤਾਰ। ਗੁਰੂ ਸਾਹਿਬ ਨੇ ਉੱਥੇ ਕਿਹਾ ਸੀ ਕਰਤਾਰ ਦਾ ਨਿਆਂ ਜਿਹੜਾ ਉਹਨੇ ਪੂਰਾ ਕੀਤਾ ਹੈ, ਆਪਣੇ ਦਾਸ ਕਉ ਰਾਖਣਹਾਰ। ਤੇ ਉਹਨੇ ਜਿਹੜਾ ਗਰੀਬਾਂ ਉੱਪਰ ਦਾੜੀ ਖਿੰਝਦਾ ਸੀ ਉਹਨੂੰ ਅੱਗ ਵਿੱਚ ਸਾੜਤਾ, ਆਪਣੇ ਦਾਸ ਨੂੰ ਉਸ ਪਰਮਾਤਮਾ ਨੇ ਆਪ ਰੱਖ ਲਿਆ। ਰਹਾਉ ਆਦ ਜੁਗਾਦ ਪ੍ਰਗਟ ਪ੍ਰਤਾਪ, ਆਦ ਸਭ ਤੋਂ ਸ਼ੁਰੂ ਮੁੱਢ, ਜੁਗਾਦ ਜੁਗਾਂ ਦਾ ਆਰੰਭ ਜਿਹੜਾ ਹੈ, ਕਹਿੰਦੇ ਜਗਤ ਦੇ ਸ਼ੁਰੂ ਤੋਂ, ਜੁਗਾਂ ਦੇ ਸ਼ੁਰੂ ਤੋਂ ਹੀ ਪਰਮਾਤਮਾ ਦਾ ਜਿਹੜਾ ਪ੍ਰਤਾਪ ਹੈ ਉਹ ਪ੍ਰਗਟ ਹੈ। ਨਿੰਦਕ ਮੂਆ ਉਪਜ ਵੱਡ ਤਾਪ, ਸੱਚੇ ਪਾਤਸ਼ਾਹ ਕਹਿੰਦੇ ਕਿ ਨਿੰਦਕ ਜਿਹੜਾ ਹੈ ਨਾ, ਦੂਜਿਆਂ ਦੀ ਨਿੰਦਾ ਕਰਨ ਵਾਲਾ, ਮੂਆ ਮਰ ਗਿਆ, ਮਰਦਾ ਹੈ ਕਿਵੇਂ, ਉਪਜ ਵੱਡ ਤਾਪ, ਬੜੇ ਵੱਡੇ ਕਲੇਸ਼ ਨਾਲ ਉਹ ਜਿਹੜਾ ਉਹ ਮਰਦਾ, ਉਹਦਾ ਨਾਸ਼ ਹੁੰਦਾ। ਤਿੰਨ ਮਾਰਿਆ ਜੇ ਰੱਖੈ ਨਾ ਕੋਏ, ਕਹਿੰਦੇ ਗਰੀਬਾਂ ਤੇ ਵਧੀਕੀ ਕਰਨ ਵਾਲਾ ਜਿਹੜਾ, ਉਸਨੂੰ ਪਰਮਾਤਮਾ ਨੇ ਆਪ ਮਾਰਿਆ। ਤੇ ਜਿਹਨੂੰ ਪਰਮਾਤਮਾ ਆਪ ਮਾਰਦਾ ਉਹਨੂੰ ਵੀ ਰੱਖਦਾ, ਕੌਣ ਬਚਾ ਸਕਦਾ ਉਹਨੂੰ? ਥੋੜਾ ਜਿਹਾ ਸਮਝੀਏ ਕਿ ਜਿਹਨੂੰ ਪਰਮਾਤਮਾ ਮਾਰਦਾ ਉਹਨੂੰ ਬਚਾ ਕੌਣ ਸਕਦਾ? ਉਹਨੂੰ ਕੋਈ ਨਹੀਂ ਬਚਾ ਸਕਦਾ। ਕੋਈ ਮਾਰਦਾ ਹੋਵੇ ਤੇ ਅਸੀਂ ਪਰਮਾਤਮਾ ਦੀ ਸ਼ਰਨ ਵਿੱਚ ਚਲੇ ਜਾਈਏ, ਉਹ ਬਚਾ ਲਏਗਾ ਸਾਨੂੰ। ਪਰ ਜਦੋਂ ਪਰਮਾਤਮਾ ਹੀ ਹੋ ਗਿਆ ਤੇ ਫਿਰ ਉਹਨੂੰ ਸੱਚੇ ਪਾਤਸ਼ਾਹ ਕਹਿੰਦੇ ਤਿੰਨ ਮਾਰਿਆ ਜੇ ਰੱਖਿਆ ਨਾ ਕੋਏ, ਆਗੇ ਪਾਛੈ ਮੰਦੀ ਸੋਏ। ਅਜਿਹੇ ਮਨੁੱਖ ਦੀ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਮੰਦੀ ਹੁੰਦੀ ਹੈ, ਬਦਨਾਮੀ ਹੁੰਦੀ ਹੈ। ਆਪਣੇ ਦਾਸ ਰਾਖੈ ਕੰਠ ਲਾਏ, ਤੇ ਪਰਮਾਤਮਾ ਆਪਣੇ ਸੇਵਕਾਂ ਨੂੰ ਕੰਠ ਨਾਲ, ਆਪਣੇ ਗਲੇ ਨਾਲ ਲਾ ਕੇ ਰੱਖਦਾ ਹੈ। ਸਰਨ ਨਾਨਕ ਹਰ ਨਾਮ ਧਿਆਏ, ਤੇ ਸੱਚੇ ਪਾਤਸ਼ਾਹ ਕਹਿੰਦੇ ਉਸ ਪਰਮਾਤਮਾ ਦੀ ਸ਼ਰਨ ਪਾਓ ਤੇ ਫਿਰ ਇਸੇ ਕਰਕੇ ਉਸ ਪਰਮਾਤਮਾ ਦਾ ਨਾਮ ਜਿਹੜਾ ਉਹ ਧਿਆ, ਉਸ ਪਰਮਾਤਮਾ ਦੇ ਨਾਮ ਨੂੰ ਸਿਮਰ। ਫਿਰ ਕਹਿੰਦੇ ਗੌੜੀ ਮਹੱਲਾ ਪੰਜਵਾ, ਮਹਜਰ ਮਹਜਰ, ਮਮਾ ਹਾਹਾ ਜੱਜਾ ਰਾਰਾ, ਮਹਜਰ ਝੂਠਾ ਕੀਤੋਨ ਆਪ। ਇਹਨੂੰ ਕੀਤੋਨ ਪੜ੍ਹਨਾ ਹੈ, ਕੱਕੇ ਨੂੰ ਬਿਹਾਰੀ ਹੈ, ਕੀਤੋਨ ਨਹੀਂ ਸਿੱਧਾ ਪੜ੍ਹ ਦੇਣਾ, ਫਿਰ ਗਲਤ ਹੋ ਜਾਏਗਾ ਵਰਡ। ਮਜਹਰ ਝੂਠਾ ਕੀਤੋਨ ਆਪ, ਪਾਪੀ ਕਉ ਲਾਗਾ ਸੰਤਾਪ। ਜਿਸਹਿ ਸਹਾਈ ਗੋਬਿੰਦ ਮੇਰਾ, ਤਿਸ ਕਉ ਜਮ ਨਹੀਂ ਆਵੈ ਨੇਰਾ। ਰਹਾਉ ਸਾਚੀ ਦਰਗਹ ਬੋਲੇ ਕੂੜ, ਸਿਰ ਹਾਥ ਪਛੋੜੈ ਅੰਧਾ ਮੂੜ। ਰੋਗ ਵਿਆਪੇ ਕਰਦੇ ਪਾਪ, ਅਦਲੀ ਹੋਏ ਬੈਠਾ ਪ੍ਰਭ ਆਪ। ਆਪਨ ਕਮਾਇਆ ਆਪੇ ਬਾਧੇ, ਦਰਬ ਗਿਆ ਸਭ ਜੀ ਕੈ ਸਾਥੈ। ਨਾਨਕ ਸਰਨ ਭਰੇ ਦਰਬਾਰ, ਰਾਖੀ ਪੈਜ ਮੇਰਾ ਕਰਤਾਰ। ਇਹ ਅਗਲਾ ਜਿਹੜਾ ਸ਼ਬਦ ਹੈ, ਮੇਰੇ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਕਹਿੰਦੇ ਮਹਜਰ ਝੂਠਾ ਕੀਤੋਨ ਆਪ। ਅਸਲ ਵਿੱਚ ਮਹਜਰ ਜਿਹੜਾ ਸ਼ਬਦ ਹੈ ਇਹ ਅਰਬੀ ਦਾ ਲਫ਼ਜ਼ ਹੈ ਵਾਲਾ, ਇਹਦਾ ਨਾਮ ਹੈ ਮੇਜ਼ਰਨਾਮਾ। ਮੇਜ਼ਰਨਾਮਾ ਇਹਦਾ ਜੋ, ਜਾਂ ਮੈਂ ਸਿੱਧੇ ਸ਼ਬਦਾਂ ਵਿੱਚ ਇਹਦੇ ਅਰਥ ਕਰਾਂ ਤੇ
ਜਿਵੇਂ ਕਿਸੇ ਦੇ ਵਿਰੁੱਧ ਆਪਾਂ ਸ਼ਿਕਾਇਤ ਕਰਨੀ ਹੋਵੇ ਤੇ ਮੁਹੱਲੇ ਵਾਲਿਆਂ ਨੂੰ ਕਹੀਏ ਜਾਂ ਸਿੰਪਲ ਜੀ ਤੁਹਾਨੂੰ ਉਦਾਹਰਨ ਦੇਵਾਂ ਕਿ ਮੁਹੱਲੇ ਦੇ ਵਿੱਚ ਕੋਈ ਇੱਕ ਘਰ ਖਰਾਬ ਕਰਦਾ ਹੋਵੇ ਤੇ ਸਾਰੇ ਕਹਿਣ ਵੀ ਅਸੀਂ ਸਾਈਨ ਕਰ ਕੇ ਚਿੱਠੀ ਲਿਖੋ, ਅਸੀਂ ਸਾਰੇ ਉਹਦੇ ਤੇ ਸਾਈਨ ਕਰਦੇ ਹਾਂ। ਮਜ਼ਹਰ ਉਹਨੂੰ ਕਿਹਾ ਜਾਂਦਾ ਹੈ, ਮਹਜਰ। ਉਹ ਚਿੱਠੀ, ਉਹ ਸ਼ਿਕਾਇਤ ਜਿਹਦੇ ਤੇ ਬੜਿਆਂ ਜਣਿਆਂ ਦੇ ਸਾਈਨ ਕੀਤੇ ਹੋਣ। ਕਹਿੰਦੇ ਮਹਜਰ ਝੂਠਾ ਕੀਤੋਣ ਆਪ। ਮਹਜਰ ਜਿਹੜਾ ਸੀ ਨਾ, ਸ਼ਿਕਾਇਤ ਕਰਤਾ ਜਿਹੜਾ ਸੀ, ਉਹਨੂੰ ਪ੍ਰਮਾਤਮਾ ਨੇ ਆਪ ਝੂਠਾ ਕਰ ਦਿੱਤਾ, ਕੂੜਾ ਉਹਨੂੰ ਕਰ ਦਿੱਤਾ। ਪਾਪੀ ਕਉ ਲਾਗਾ ਸੰਤਾਪ। ਤੇ ਜਿਹੜਾ ਪਾਪੀ ਸੀ ਇਹ ਕੰਮ ਕਰਨ ਵਾਲਾ, ਉਹਨੂੰ ਆਪੇ ਦੁੱਖ ਕਲੇਸ਼ ਲੱਗਾ, ਫਿਰ ਸੰਤਾਪ ਨੂੰ ਲੱਗਾ। ਜਿਸ ਹੈ ਸਹਾਈ ਗੋਬਿੰਦ ਮੇਰਾ। ਜਿਸ ਜੀਵ ਦੇ ਉੱਤੇ ਮੇਰਾ ਗੋਬਿੰਦ ਪਰਮਾਤਮਾ ਸਹਾਈ ਬਣਦਾ ਹੈ ਨਾ, ਤਿਸ ਕਉ ਜਮ ਨਹੀਂ ਆਵੈ ਨੇਰਾ। ਉਹਨੂੰ ਮੌਤ ਦਾ ਡਰ ਕਦੇ ਵੀ ਪੋ ਨਹੀਂ ਸਕਦਾ, ਉਹਦੀ ਮੌਤ ਕਦੇ ਨੇੜੇ ਨਹੀਂ ਆ ਸਕਦੀ, ਜਮ ਉਹਦੇ ਨੇੜੇ ਵੀ ਨਹੀਂ ਆ ਸਕਦਾ। ਜਿਸ ਹੈ ਸਹਾਈ ਗੋਬਿੰਦ ਮੇਰਾ, ਤਿਸ ਕਉ ਜਮ ਨਹੀਂ ਆਵੈ ਨੇਰਾ ਰਹਾਉ। ਫਿਰ ਵਿਸ਼ਰਾਮ ਦੇ ਕੇ ਪਾਤਸ਼ਾਹ ਕਹਿੰਦੇ ਸਾਚੀ ਦਰਗਹ ਬੋਲੇ ਕੂੜ। ਕਹਿੰਦੇ ਸਾਚੀ ਦਰਗਾਹ ਬੋਲੇ ਕੂੜ। ਅੰਨਾ ਮਨੁੱਖ ਜਿਹੜਾ ਹੈ ਨਾ, ਸੱਚੇ ਦਰਬਾਰ ਅੰਦਰ ਵੀ ਝੂਠ ਬੋਲਦਾ ਹੈ। ਸਿਰਹਾਤ ਪਛੋੜੈ ਅੰਧਾ ਮੂੜ। ਉਹ ਅੰਨਾ ਮੂਰਖ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਵਿੱਚ ਆਪਣਾ ਸਿਰ ਆਪ ਹੀ ਹੱਥਾਂ ਨਾਲ ਪਿੱਟਦਾ ਹੈ। ਸਿਰਹਾਤ ਪਛੋੜੈ, ਭਟਕਦਾ ਹੈ। ਰੋਗ ਵਿਆਪੇ ਕਰਦੇ ਪਾਪ। ਜਿਹੜੇ ਮਨੁੱਖ ਮੰਦੇ ਕਰਮ ਕਰਦੇ ਨੇ, ਪਾਪ ਕਰਦੇ ਨੇ, ਉਹ ਅਨੇਕਾਂ ਰੋਗਾਂ ਵਿੱਚ ਗ੍ਰਸੇ ਜਾਂਦੇ ਨੇ। ਅਦਲੀ ਹੋਏ ਬੈਠਾ ਪ੍ਰਭ ਆਪ। ਅਦਲੀ, ਅਦਲੀ ਦਾ ਅਰਥ ਹੈ ਨਿਆਂ ਕਰਨ ਵਾਲਾ, ਕਿਉਂਕਿ ਪ੍ਰਮਾਤਮਾ ਆਪ ਅਦਲੀ ਹੋ ਕੇ ਬੈਠਾ ਹੈ, ਉਹ ਆਪ ਨਿਆਂ ਕਰਦਾ ਹੈ। ਆਪਨ ਕਮਾਇਆ, ਇਹਨੂੰ ਕਮਾਇਆ ਪੜ੍ਹਨਾ ਹੈ। ਜੇ ਈੜੀ ਨੂੰ ਬਿਆਰੀ ਹੁੰਦੀ ਤੇ ਪੜ੍ਹਿਆ ਜਾਏਗਾ ਕਮਾਈਆ। ਇਹ ਕਮਾਈਆ ਸ਼ਬਦ ਨਹੀਂ ਹੈ, ਆਪਨ ਕਮਾਇਆ। ਇਹਦਾ ਕਮਾਇਆ ਮਤਲਬ ਨਾ, ਕਮਾਇਆ ਅਸੀਂ ਜਿਹਨੂੰ ਕਹਿੰਦੇ ਆ, ਉਹ ਅਰਥ ਇਹਦੇ ਬਣਨਗੇ। ਆਪਨ ਕਮਾਇਆ ਆਪੇ ਵਾਧੇ। ਜੀਵ ਆਪਣੇ ਕੀਤੇ, ਆਪਣੇ ਕਮਾਏ ਹੋਏ ਕਰਮਾਂ ਕਰਕੇ ਹੀ ਮੋਹ ਦੇ ਬੰਧਨਾਂ ਵਿੱਚ ਬੰਧੇ ਨੇ। ਦਰਬ ਗਿਆ ਸਭ ਜੀ ਕੈ ਸਾਥੇ। ਤੇ ਜਿਹੜੇ ਧਨ ਦੌਲਤ ਦੇ ਵਾਸਤੇ ਸਾਰੇ ਕਰਮ ਕਰਦੇ ਨੇ, ਤੇ ਜਦੋਂ ਜੀਵ ਇੱਥੋਂ ਚਲਾ ਜਾਂਦਾ ਹੈ, ਉਹ ਸਾਰਾ ਧਨ ਦੌਲਤ ਵੀ, ਸਭ ਕੁਝ ਵੀ ਖਤਮ ਹੋ ਜਾਂਦਾ ਹੈ। ਨਾਨਕ ਸਰਨ ਪਰੇ ਦਰਬਾਰ। ਤੇ ਜਿਹੜੇ ਮਨੁੱਖ ਉਹਦੇ ਦਰਬਾਰ ਤੇ ਉਹਦੇ ਸ਼ਰਨ ਵਿੱਚ ਪੈਂਦੇ ਨੇ, ਰਾਖੀ ਪੈਜ ਮੇਰਾ ਕਰਤਾਰ। ਤੇ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਕਰਤਾਰ ਉਸ ਵਾਹਿਗੁਰੂ ਨੇ, ਪ੍ਰਮਾਤਮਾ ਨੇ ਉਹਨਾਂ ਦੀ ਪੈਜ ਜਿਹੜੀ ਉਹ ਰੱਖ ਲਈ। ਗੌੜੀ ਮਹੱਲਾ ਪੰਜਵਾ। ਜਾਨਕੀ ਧੂਰ ਮਨ ਮੀਠ ਖਟਾਨੀ। ਪੂਰਬ ਕਰਮ ਲਿਖਿਆ ਧੁਰ ਪ੍ਰਾਨੀ ਰਹਾਉ। ਅੰਗ ਬੁੱਧ ਮਨ ਪੂਰ ਖਿਦਾਈ। ਸਾਧ ਧੂਰ ਕਰ ਸੁਧ ਮੰਜਾਈ। ਅਨਕ ਜਲਾ ਜੇ ਧੋਵੈ ਦੇਹੀ। ਮੈਲ ਨ ਉਤਰੈ ਸੁਧ ਨ ਤੇਹੀ। ਸਤਿਗੁਰ ਭੇਟਿਓ ਸਦਾ ਕਿਰਪਾਲ। ਹਰ ਸਿਮਰ ਸਿਮਰ ਕਾਟਿਆ ਭਉ ਕਾਲ। ਮੁਕਤ ਭੁਗਤ ਜੁਗਤ ਹਰ ਨਾਉ। ਪ੍ਰੇਮ ਭਗਤ ਨਾਨਕ ਗੁਣ ਗਾਓ। ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਵਿੱਚ ਗੌੜੀ ਮਹੱਲਾ ਪੰਜਵਾਂ। ਜਾਨਕੀ ਧੂਰ ਮਨ ਮੀਠ ਖਟਾਨੀ। ਮੇਰੇ ਸੱਚੇ ਪਾਤਸ਼ਾਹ ਕਹਿੰਦੇ ਜਾਨਕੀ ਜਿਹੜੀ ਧੂਰ ਹੈ, ਮੀਠ ਖਟਾਨੀ ਦਾ ਅਰਥ ਹੈ ਮਿੱਠੀ ਲੱਗਦੀ। ਵੈਸੇ ਖਟਾਨੀ ਦਾ ਅਰਥ ਖੱਟੀ ਹੁੰਦਾ, ਇੱਥੇ ਇਹਦੇ ਅਰਥ ਮੀਠ ਖਟਾਨੀ ਦਾ ਅਰਥ ਕਰਾਂਗੇ ਮਿੱਠੇ ਲੱਗਦੇ ਆ। ਜਾਨਕੀ ਧੂਰ ਮਨ ਮੀਠ ਲਗਾਨੀ। ਕਹਿੰਦੇ ਸਾਧੂ ਦੇ ਪੈਰਾਂ ਦੀ ਖਾਕ ਜਿਹੜੀ ਹੈ ਮੇਰੇ ਚਿੱਤ ਨੂੰ ਮਿੱਠੀ ਲੱਗਦੀ ਹੈ, ਚੰਗੀ ਲੱਗਦੀ ਹੈ। ਪੂਰਬ ਕਰਮ ਲਿਖਿਆ ਧੁਰ ਪ੍ਰਾਨੀ। ਅਸਲ ਵਿੱਚ ਜਿਹਦੇ ਮੱਥੇ ਤੇ ਪੂਰਬਲੇ ਕਰਮ ਲਿਖੇ ਨੇ ਨਾ, ਉਹਨੂੰ ਹੀ ਇਹ ਮਿਲਦਾ ਹੈ, ਉਸ ਤੋਂ ਬਿਨਾਂ ਨਹੀਂ। ਫਿਰ ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਅਗਲੇ ਬੋਲ ਕਹੇ, ਕਹਿੰਦੇ ਅਹੰ ਬੁੱਧ ਮਨ ਪੂਰ ਤਿਥਾਈ। ਮਨ ਦੀ ਥਿੰਦਾਈ। ਹਉਮੈ ਵਾਲੀ ਬੁੱਧੀ ਦੇ ਕਾਰਨ ਮਨੁੱਖ ਦੇ ਮਨ ਨੂੰ ਹਉਮੈ ਦੀ ਥਿੰਦਾਈ ਲੱਗੀ ਰਹਿੰਦੀ ਹੈ। ਤੇ ਇਸ ਕਰਕੇ ਵੇਖੋ, ਜਿਹਦੀ ਚੀਜ਼ ਥਿੰਦੀ ਹੋਵੇ ਤੇ ਉਹ ਤੇ ਕੋਈ ਚੀਜ਼ ਹੋਰ ਚ ਮਤਲਬ ਹੱਥ ਨਹੀਂ ਫੜਿਆ ਜਾਂਦਾ। ਤੇ ਜਿਵੇਂ ਜੇ ਥਿੰਦਾ ਭਾਂਡਾ, ਭਾਂਡੇ ਨੂੰ ਥਿੰਦਾਈ ਲੱਗ ਗਈ ਕਿਸੇ ਬਰਤਨ ਨੂੰ,
ਉਹਦੇ 'ਚ ਪਾਣੀ ਪਾਵਾਂਗੇ ਤਾਂ ਤਿਲਕਦਾ ਜਾਂਦਾ ਨਾ। ਕਹਿੰਦੇ ਹੰਕਾਰ ਦੀ ਮਨ ਨੂੰ ਥਿੰਦਾਈ ਲੱਗ ਪਈ ਹੈ, ਥਿੰਦਾ ਹੋ ਗਿਆ ਮਨ। ਸਾਧ ਧੂਰ ਕਰ ਸੁਧ ਮੰਜਾਈ, ਤੇ ਇਹ ਸ਼ੁੱਧ ਕਿਵੇਂ ਹੋਊ? ਇਹ ਭਾਂਡਾ, ਮਨ ਰੂਪੀ ਭਾਂਡਾ ਮਾਂਜਿਆ ਕਿਵੇਂ ਜਾਏਗਾ? ਸਾਧ ਦੀ ਧੂਰ ਨਾਲ, ਉਸ ਤੋਂ ਬਿਨਾਂ ਨਹੀਂ ਮਾਂਜਿਆ ਜਾਣਾ। ਅਣਿਕ ਜਲਾ ਜੇ ਧੋਵੈ ਦੇਹੀ, ਜੇ ਮਨੁੱਖ ਬੜੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰੇ, ਬੜੇ ਤੀਰਥਾਂ ਦੇ ਪਾਣੀਆਂ ਨਾਲ ਆਪਣੀ ਦੇਹੀ ਨੂੰ ਧੋਵੇ, ਮੈਲ ਨਾ ਉਤਰੈ ਸੁਧ ਨਾ ਤੇਹੀ, ਤੇ ਇਹ ਤੀਰਥਾਂ ਤੇ ਜਾ ਕੇ ਨਹਾਉਣ ਨਾਲ ਮੈਲ ਨਹੀਂ ਉਤਰਦੀ, ਪਵਿੱਤਰ ਨਹੀਂ ਹੁੰਦਾ ਬੰਦਾ ਕਦੇ ਵੀ। ਸੁਧ ਨਾ ਤੇ, ਸੁਧ ਦਾ ਅਰਥ ਪਵਿੱਤਰ ਹੈ, ਉਹ ਕਦੇ ਵੀ ਸ਼ੁੱਧ ਨਹੀਂ ਹੋ ਸਕਦਾ। ਸਤਿਗੁਰ ਭੇਟਿਓ ਸਦਾ ਕਿਰਪਾਲ, ਸਦਾ ਕਿਰਪਾਲ ਜਿਹੜਾ ਪ੍ਰਮਾਤਮਾ ਹੈ, ਜਿਸ ਜੀਵ ਨੂੰ ਮਿਲ ਪਵੇ, ਜਿਸ ਜੀਵ ਨੂੰ ਉਹਦੀ ਪ੍ਰਾਪਤੀ ਹੋ ਜਾਏ। ਹਰ ਸਿਮਰ ਸਿਮਰ ਕਾਟਿਆ ਭਉ ਕਾਲ, ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜਿਹੜਾ ਕਾਲ ਦਾ ਭਉ ਹੈ ਨਾ, ਕਾਲ ਦਾ ਡਰ ਸਦਾ ਲਈ ਖਤਮ ਕਰ ਲੈਂਦਾ। ਮੁਕਤ ਭੁਗਤ ਜੁਗਤ ਹਰ ਨਾਉ, ਮੇਰੇ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ, ਮੁਕਤ ਭੁਗਤ ਜੁਗਤ ਹਰ ਨਾਉ, ਮੁਕਤ ਮੋਖ, ਭੁਗਤ ਭੋਗ, ਜੁਗਤ ਜੋਗ। ਅਸਲ ਵਿੱਚ ਮੁਕਤੀ ਕੀ ਹੈ, ਭੁਗਤ ਕੀ ਹੈ, ਭੋਗ ਕੀ ਹੈ, ਜੋਗ ਕੀ ਹੈ? ਪਾਤਸ਼ਾਹ ਕਹਿੰਦੇ ਹਰ ਨਾਮ, ਪਰਮਾਤਮਾ ਦਾ ਨਾਮ ਹੀ ਸਭ ਕੁਛ ਹੈ। ਪ੍ਰੇਮ ਭਗਤ ਨਾਨਕ ਗੁਣ ਗਾਓ, ਤੇ ਭਾਈ ਇਸੇ ਕਰਕੇ ਪ੍ਰੇਮਾ ਭਗਤੀ ਦੇ ਨਾਲ ਉਸ ਪਰਮਾਤਮਾ ਦੇ ਜਿਹੜੇ ਗੁਣ ਨੇ, ਉਹਨਾਂ ਗੁਣਾਂ ਨੂੰ ਗਾਉਂਦਾ ਰਹਿ। ਅਗਲੇ ਸ਼ਬਦ ਵਿੱਚ ਪਾਤਸ਼ਾਹ ਕਹਿੰਦੇ ਗੌੜੀ ਮਹੱਲਾ ਪੰਜਵਾ, ਜੀਵਨ ਪਦਵੀ ਹਰ ਕੇ ਦਾਸ, ਜਿਨ ਮਿਲਿਆ ਆਤਮ ਪਰਗਾਸ। ਹਰ ਕਾ ਸਿਮਰਨ ਸੁਨ ਮਨ ਕਾਨੀ, ਸੁਖ ਪਾਵਹਿ ਹਰ ਦੁਆਰ ਪਰਾਨੀ। ਰਹਾਉ ਆਠ ਪਹਿਰ ਧਿਆਈਐ ਗੋਪਾਲ, ਨਾਨਕ ਦਰਸ਼ਨ ਦੇਖ ਨਿਹਾਲ। ਇਹ ਪਾਤਸ਼ਾਹ ਕਹਿੰਦੇ ਗੌੜੀ ਮਹੱਲਾ ਪੰਜਵਾਂ, ਗੌੜੀ ਰਾਗ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਹੈ। ਕਹਿੰਦੇ ਜੀਵਨ ਪਦਵੀ ਹਰ ਕੇ ਦਾਸ, ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਨਾ, ਉਹ ਹਰੀ ਦੇ ਦਾਸ ਨੇ ਅਸਲ ਵਿੱਚ। ਤੇ ਜਿਹੜੇ ਹਰੀ ਦੇ ਦਾਸ ਨੇ, ਉਹਨਾਂ ਨੂੰ ਜੀਵਨ ਪਦਵੀ ਮਿਲ ਜਾਂਦੀ, ਜੀਵਨ ਦਾ ਉੱਚਾ ਦਰਜਾ, ਜਿਹੜਾ ਅਧਿਆਤਮਕ ਦਰਜਾ ਮਿਲ ਜਾਂਦਾ ਹੈ। ਜਿਨ ਮਿਲਿਆ ਆਤਮ ਪਰਗਾਸ, ਕਹਿੰਦੇ ਉਹਨਾਂ ਨੂੰ, ਉਹੀ ਹਰੀ ਦੇ ਦਾਸਾਂ ਨੂੰ ਅਸਲ ਵਿੱਚ ਜਿਹੜਾ ਆਤਮ ਪ੍ਰਕਾਸ਼ ਉਹ ਮਿਲ ਜਾਂਦਾ, ਉਹਨਾਂ ਨੂੰ ਚਾਨਣ ਅੰਦਰ ਹੋ ਜਾਂਦਾ ਹੈ। ਹਰ ਕਾ ਸਿਮਰਨ ਸੁਨ ਮਨ ਕਾਨੀ, ਹੈ ਮੇਰੇ ਮਨ ਪਰਮਾਤਮਾ ਦਾ ਸਿਮਰਨ ਸੁਣ, ਕੰਨਾਂ ਨਾਲ ਸੁਣ, ਧਿਆਨ ਨਾਲ ਸੁਣ, ਸੁਣਿਆ ਹੀ ਕੰਮ ਬਣਨਾ ਹੈ। ਸੁਖ ਪਾਵਹਿ ਹਰ ਦੁਆਰ ਪ੍ਰਾਨੀ, ਤੇ ਜੇ ਸੁਣੇਗਾ ਤੇ ਫਿਰ ਤੂੰ ਹਰੀ ਦੇ ਦਵਾਰਾਂ ਤੇ ਪ੍ਰਾਣੀ ਪਾਈ ਸੁਖ ਪਾਏਗਾ। ਆਠ ਪਹਿਰ ਧਿਆਈਐ ਗੋਪਾਲ, ਭਾਈ ਉਸ ਗੋਪਾਲ ਵਾਹਿਗੁਰੂ ਪਰਮਾਤਮਾ ਨੂੰ ਅੱਠੇ ਪੈਰ ਸਿਮਰਨਾ ਚਾਹੀਦਾ ਹੈ। ਨਾਨਕ ਦਰਸ਼ਨ ਦੇਖ ਨਿਹਾਲ, ਤੇ ਸਿਮਰਨ ਦੀ ਬਰਕਤ ਨਾਲ ਹਰ ਥਾਂ ਪਰਮਾਤਮਾ ਦਾ ਦਰਸ਼ਨ ਕਰਕੇ ਮਨ ਜਿਹੜਾ ਹੈ ਉਹ ਖਿੜਿਆ ਰਹਿੰਦਾ ਹੈ, ਪ੍ਰਸੰਨ ਰਹਿੰਦਾ ਹੈ। ਅਗਲਾ ਸ਼ਬਦ ਗੌੜੀ ਮਹੱਲਾ ਪੰਜਵਾ, ਸ਼ਾਂਤ ਭਈ ਗੁਰ ਗੋਬਿੰਦ ਪਾਈ, ਤਾਪ ਪਾਪ ਬਿਨਸੇ ਮੇਰੇ ਭਾਈ। ਰਹਾਉ ਰਾਮ ਨਾਮ ਨਿਤ ਰਸਨ ਬਖਾਨ, ਬਿਨਸੇ ਰੋਗ ਭਏ ਕਲਿਆਣ। ਪਾਰ ਬ੍ਰਹਮ ਗੁਣ ਅਗੰਮ ਵਿਚਾਰ, ਸਾਧੂ ਸੰਗਮ ਹੈ ਨਿਸਤਾਰ। ਨਿਰਮਲ ਗੁਣ ਗਾਵੋ ਨਿਤ ਨੀਤ, ਗਈ ਬਿਆਦ ਉਬਰੇ ਜਨ ਮੀਤ। ਮਨ ਬਚ ਕਰਮ ਪ੍ਰਭ ਆਪਣਾ ਧਿਆਈ, ਨਾਨਕ ਦਾਸ ਤੇਰੀ ਸਰਨਾਈ। ਮੇਰੇ ਪਾਤਸ਼ਾਹ ਕਹਿੰਦੇ ਗੌੜੀ ਮਹੱਲਾ ਪੰਜਵਾਂ, ਗੌੜੀ ਇਸ ਰਾਗ ਦਾ ਨਾਮ ਹੈ। ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਸ਼ਾਂਤ ਭਈ ਗੁਰੂ ਗੋਬਿੰਦ ਪਾਈ। ਅਸਲ ਵਿੱਚ ਸ਼ਾਂਤ ਉਹਦੇ ਅੰਦਰ ਹੀ ਆਉਂਦੀ, ਸ਼ਾਂਤੀ ਜਿਹੜੀ ਠੰਡ ਹੈ, ਠੰਡਕ ਉਹਦੇ ਅੰਦਰ ਹੀ ਪੈਂਦੀ ਹੈ ਜਿਹਨੂੰ ਗੁਰੂ ਗੋਬਿੰਦ ਮਿਲ ਜਾਂਦਾ ਹੈ, ਉਸ ਤੋਂ ਬਿਨਾਂ ਨਹੀਂ। ਤਾਪ ਪਾਪ ਬਿਨਸੇ ਮੇਰੇ ਭਾਈ, ਇਹ ਭਾਈ ਉਹਦੇ ਅੰਦਰੋਂ ਫਿਰ ਸਾਰੇ ਤਾਪ ਪਾਪ ਦੁੱਖ ਕਲੇਸ਼ ਜਿਹੜੇ ਉਹ ਬਿਨਸ ਜਾਂਦੇ ਨੇ। ਰਹਾਉ ਰਾਮ ਨਾਮ ਨਿਤ ਰਸਨ ਬਖਾਨ, ਭਾਈ
ਰਾਮ ਦਾ ਨਾਮ ਆਪਣੀ ਰਸਨਾ ਤੋਂ ਸਦਾ ਜਪ, ਵਖਿਆਨ ਕਰ ਉਹਦਾ ਬਿਨਸੇ ਰੋਗ ਭਏ ਕਲਿਆਣ। ਉਹਦੇ ਨਾਲ ਕੀ ਹੋਏਗਾ, ਰੋਗ ਜਿਹੜੇ ਉਹ ਖਤਮ ਹੋ ਜਾਣਗੇ ਤੇ ਕਲਿਆਣ ਤੇਰੀ ਹੋ ਜਾਏਗੀ, ਆਨੰਦ ਹੀ ਆਨੰਦ ਬਣ ਜਾਏਗਾ। ਪਾਰ ਬ੍ਰਹਮ ਗੁਣ ਅਗੰਮ ਵਿਚਾਰ, ਕਹਿੰਦੇ ਜਿਹੜਾ ਮਨੁੱਖ ਅਗੰਮ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦਾ ਰਹਿੰਦਾ ਹੈ ਨਾ, ਸਾਧੂ ਸੰਗਮ ਹੈ ਨਿਸਤਾਰ, ਉਹ ਗੁਰੂ ਦੀ ਸੰਗਤ ਵਿੱਚ ਰਹਿ ਕੇ ਫਿਰ ਉਹਦਾ ਨਿਸਤਾਰਾ ਜਿਹੜਾ ਉਹ ਹੋ ਜਾਂਦਾ ਹੈ। ਨਿਰਮਲ ਗੁਣ ਗਾਵੋ ਨਿਤ ਨੀਤ, ਨਿਤਾ ਪ੍ਰਤੀ ਨਿਤ ਨੀਤ ਹਮੇਸ਼ਾ ਸਦਾ ਉਸ ਪਰਮਾਤਮਾ ਦੇ ਨਿਰਮਲ ਗੁਣਾਂ ਦਾ ਗਾਇਨ ਕਰੋ। ਗਈ ਬਿਆਧ ਉਬਰੇ ਜਨ ਮੀਤ, ਜਿਹੜੇ ਮਨੁੱਖ ਗੁਣ ਗਾਉਂਦੇ ਨੇ ਉਹਨਾਂ ਦਾ ਹਰੇਕ ਰੋਗ ਦੂਰ ਹੋ ਜਾਂਦਾ ਹੈ, ਵਿਕਾਰਾਂ ਤੋਂ ਬਚੇ ਰਹਿੰਦੇ ਨੇ ਉਹ ਮਿੱਤਰ ਜਿਹੜੇ ਨੇ। ਮਨ ਬਚ ਕਰਮ ਪ੍ਰਭ ਆਪਣਾ ਧਿਆਈ, ਕਹਿੰਦੇ ਮਨ ਕਰਕੇ, ਬਚ ਕਰਕੇ, ਬਚਨਾ ਕਰਕੇ, ਕਰਮ ਕਰਕੇ ਸਦਾ ਉਸ ਪ੍ਰਮਾਤਮਾ ਨੂੰ ਸਿਮਰਨ। ਨਾਨਕ ਦਾਸ ਤੇਰੀ ਸਰਨਾਈ, ਤੇ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਦਾਸ ਤੇ ਸਦਾ ਹੀ ਤੇਰੀ ਜਿਹੜੀ ਉਹ ਸ਼ਰਨ ਵਿੱਚ ਆਇਆ ਹੈ। ਅਗਲਾ ਸ਼ਬਦ ਗੌੜੀ ਮਹੱਲਾ ਪੰਜਵਾ, ਨੇਤਰ ਪ੍ਰਗਾਸ ਕੀਆ ਗੁਰਦੇਵ, ਭਰਮ ਗਏ ਪੂਰਨ ਭਈ ਸੇਵ ਰਹਾਉ, ਸੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਨਾਨਕ ਨਾਮ ਜਪੈ ਸੋ ਜੀਵੈ, ਸਾਧ ਸੰਗ ਹਰ ਅੰਮ੍ਰਿਤ ਪੀਵੈ। ਇਹ ਸ਼ਬਦ ਜਿਹੜਾ ਹੈ, ਕੁਝ ਇਤਿਹਾਸਕਾਰ ਇਸ ਸ਼ਬਦ ਨੂੰ ਵੀ ਇਤਿਹਾਸਕ ਸ਼ਬਦ ਮੰਨਦੇ ਨੇ, ਹਿਸਟੋਰੀਕਲ ਸ਼ਬਦ, ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੀਤਲਾ ਦਾ ਰੋਗ ਹੋਇਆ ਤੇ ਲੋਕਾਂ ਨੇ ਬੜਾ ਕੁਝ ਕਿਹਾ, ਕਿਸੇ ਨੇ ਕਿਹਾ ਉਸ ਦੇਵੀ ਤੇ ਜਾਓ, ਕਿਸੇ ਨੇ ਕਿਹਾ ਉਸ ਦੇਵੀ ਤੇ ਜਾਓ, ਤੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਡਾ ਤਾਂ ਪ੍ਰਮਾਤਮਾ, ਅਸੀਂ ਕਿਸੇ ਕੋਲ ਨਹੀਂ ਜਾਣਾ। ਤੇ ਜਦੋਂ ਫਿਰ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਠੀਕ ਹੋ ਗਏ ਨਾ, ਉਦੋਂ ਫਿਰ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਪਾਵਨ ਸ਼ਬਦ ਉਹ ਉਚਾਰਿਆ, ਉਹ ਹੈ ਜੀ ਗੌੜੀ ਮਹੱਲਾ ਪੰਜਵਾ, ਨੇਤਰ ਪ੍ਰਗਾਸ ਕੀਆ ਗੁਰਦੇਵ। ਨੇਤਰ ਪ੍ਰਗਾਸ, ਪ੍ਰਗਾਸ ਕਹਿੰਦੇ ਚਾਨਣ ਨੂੰ, ਗੁਰਦੇਵ ਹੈ ਗੁਰਦੇਵ ਜਿਨ੍ਹਾਂ ਨੇਤਰਾਂ ਨੂੰ ਤੂੰ ਪ੍ਰਗਾਸ ਦਿੱਤਾ, ਚਾਨਣ ਦਿੱਤਾ, ਭਰਮ ਗਏ ਪੂਰਨ ਭਈ ਸੇਵ, ਉਹਨਾਂ ਦੇ ਸਾਰੇ ਭਰਮ ਅੰਦਰੋਂ ਦੂਰ ਹੋ ਜਾਂਦੇ ਨੇ ਤੇ ਉਹਨਾਂ ਦੀ ਸੇਵਾ ਜਿਹੜੀ ਪੂਰਨ ਹੋ ਜਾਂਦੀ, ਸਿਰੇ ਚੜ ਜਾਂਦੀ, ਸਫਲ ਹੋ ਜਾਂਦੀ ਉਹਨਾਂ ਦੀ ਸੇਵਾ। ਫਿਰ ਮੇਰੇ ਪਾਤਸ਼ਾਹ ਕਹਿੰਦੇ ਰਹਾਉ, ਸੀਤਲਾ ਤੇ ਰੱਖਿਆ ਬਿਹਾਰੀ, ਕਹਿੰਦੇ ਸੀਤਲਾ ਜਿਹੜਾ ਚੇਚਕ ਦਾ ਰੋਗ ਹੈ ਉਹਦੇ ਤੋਂ ਕਿਹਨੇ ਰੱਖਿਆ, ਬਿਹਾਰੀ ਦਾ ਅਰਥ ਹੈ ਪ੍ਰਮਾਤਮਾ। ਇਹ ਪ੍ਰਮਾਤਮਾ ਵਾਹਿਗੁਰੂ ਸੁੰਦਰ ਪ੍ਰਭੂ ਤੂੰ ਉਸ ਚੇਚਕ ਤੋਂ ਬਚਾਇਆ ਹੈ, ਰੱਖਿਆ ਕੀਤੀ ਹੈ। ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਇਹ ਵਾਹਿਗੁਰੂ ਪ੍ਰਮਾਤਮਾ ਤੂੰ ਆਪਣੀ ਕਿਰਪਾ ਕੀਤੀ ਤੇ ਉਸ ਚੇਚਕ ਦੇ ਰੋਗ ਤੋਂ ਬਚਾ ਲਿਆ। ਨਾਨਕ ਨਾਮ ਜਪੈ ਸੋ ਜੀਵੈ, ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹੀ ਅਧਿਆਤਮਕ ਜੀਵਨ ਜਿਉਂਦਾ ਹੈ। ਸਾਧ ਸੰਗ ਹਰ ਅੰਮ੍ਰਿਤ ਪੀਵੈ, ਕਿਉਂਕਿ ਉਹ ਸਾਧ ਸੰਗਤ ਵਿੱਚ ਰਹਿ ਕੇ ਉਸ ਪ੍ਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੀਂਦਾ ਹੈ। ਅਗਲਾ ਸ਼ਬਦ ਗੌੜੀ ਮਹੱਲਾ ਪੰਜਵਾ, ਧੰਨ ਉਹ ਮਸਤਕ ਧੰਨ ਤੇਰੇ ਨੇਤ, ਧੰਨ ਓਏ ਭਗਤ ਜਿਨ ਤੁਮ ਸੰਗ ਹੇਤ, ਨਾਮ ਬਿਨਾ ਕੈਸੇ ਸੁਖ ਲਹੀਐ, ਰਸਨਾ ਰਾਮ ਨਾਮ ਜਸ ਕਹੀਐ ਰਹਾਉ, ਤਿਨ ਉਪਰ ਜਾਈਐ ਕੁਰਬਾਨ, ਨਾਨਕ ਜਿਨ ਜਪਿਆ ਨਿਰਵਾਣ। ਗੌੜੀ ਮਹੱਲਾ ਪੰਜਵਾਂ, ਕਹਿੰਦੇ ਧੰਨ ਉਹ ਮਸਤਕ, ਉਹ ਮੱਥਾ ਭਾਗਾਂ ਵਾਲਾ ਹੈ, ਧੰਨ ਤੇਰੇ ਨੇਤ, ਤੇ ਭਾਗਾਂ ਵਾਲੀਆਂ ਉਹ ਅੱਖਾਂ ਨੇ, ਉਹ ਮੱਥਾ ਭਾਗਾਂ ਵਾਲਾ ਏ, ਉਹ ਨੇਤਰ, ਨੇਤਰ ਭਾਗਾਂ ਵਾਲੇ ਨੇ ਜਿਹੜੇ ਸਦਾ ਉਸ ਪਰਮਾਤਮਾ ਦੇ, ਉਸ ਵਾਹਿਗੁਰੂ ਦੇ, ਜਿਹੜੇ ਗੁਰੂ ਦੇ ਦੀਦਾਰ ਕਰਦੇ ਰਹਿੰਦੇ। ਧੰਨ ਹੋਏ ਭਗਤ ਜਿਨ ਤੁਮ ਸੰਗ ਹੇਤ, ਉਹ ਭਗਤ ਵੀ ਧੰਨ ਨੇ ਆ ਪਰਮਾਤਮਾ ਜਿਨ੍ਹਾਂ ਦਾ ਤੇਰੇ ਨਾਲ ਹੇਤ ਪਿਆਰ ਬਣਿਆ ਰਹਿੰਦਾ ਹੈ। ਨਾਮ ਬਿਨਾ ਕੈਸੇ ਸੁਖ ਲਹੀਐ, ਪਰਮਾਤਮਾ ਦੇ ਨਾਮ ਤੋਂ ਬਿਨਾ ਕਹਿੰਦੇ ਕਿਵੇਂ ਸੁੱਖ ਮਿਲੇਗਾ। ਰਸਨਾ ਰਾਮ ਨਾਮ ਜਸ ਕਹੀਐ, ਇਸ ਕਾਰਨ ਰਸਨਾ
ਸਦਾ ਉਸ ਪਰਮਾਤਮਾ ਦਾ ਨਾਮ ਜਪ, ਜਾਂ ਜੀਵ ਨਾਲ ਰਸਨਾ ਨਾਲ ਹਮੇਸ਼ਾ ਉਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਕਿਉਂਕਿ ਨਾਮ ਤੋਂ ਬਿਨਾਂ ਸੁੱਖ ਕਦੇ ਵੀ ਨਹੀਂ ਮਿਲ ਸਕਦੇ। ਤਿਨ ਉੱਪਰ ਜਾਈਏ ਕੁਰਬਾਨ, ਉਹਨਾਂ ਤੋਂ ਸਦਾ ਸਦਕੇ ਕੁਰਬਾਨ ਜਾਣਾ ਚਾਹੀਦਾ ਹੈ। ਨਾਨਕ ਜਿਨ ਜਪਿਆ ਨਿਰਬਾਨ, ਨਿਰਬਾਨ ਦਾ ਅਰਥ ਹੈ ਵਾਸ਼ਨਾ ਤੋਂ ਰਹਿਤ ਜਿਹੜਾ ਪਰਮਾਤਮਾ ਹੈ, ਉਹਨਾਂ ਤੋਂ ਸਦਾ ਕੁਰਬਾਨ ਜਾਣਾ ਚਾਹੀਦਾ ਹੈ, ਜਿਨ੍ਹਾਂ ਨੇ ਸਦਾ ਉਸ ਨਿਰਬਾਨ ਵਾਹਿਗੁਰੂ ਪਰਮਾਤਮਾ ਨੂੰ ਜਪਿਆ ਹੈ। ਗਾਉੜੀ ਮਹੱਲਾ ਪੰਜਵਾ। ਤੂੰ ਹੈ ਮਸਲਤ ਤੂੰ ਹੈ ਨਾਲ, ਤੂੰ ਹੈ ਰਾਖਹਿ ਸਾਰ ਸਮਾਲ। ਐਸਾ ਰਾਮ ਦੀਨ ਦੁਨੀ ਸਹਾਈ, ਦਾਸ ਕੀ ਪੈਜ ਰੱਖੈ ਮੇਰੇ ਭਾਈ। ਰਹਾਉ ਆਗੈ ਆਪ ਇਹੋ ਥਾਨ ਵਸ ਜਾਕੈ, ਆਠ ਪਹਿਰ ਮਨ ਹਰਿ ਕਉ ਜਾਪੈ। ਪਤ ਪਰਵਾਣ ਸਚ ਨੀਸਾਨ, ਜਾ ਕਉ ਆਪ ਕਰਹਿ ਫੁਰਮਾਨ। ਆਪੇ ਦਾਤਾ ਆਪ ਪ੍ਰਤਪਾਲ, ਨਿਤ ਨਿਤ ਨਾਨਕ ਰਾਮ ਨਾਮ ਸਮਾਲ। ਮੇਰੇ ਪਾਤਸ਼ਾਹ ਕਹਿੰਦੇ ਤੂੰ ਹੈ ਮਸਲਤ ਤੂੰ ਹੈ ਨਾਲ। ਇਹ ਅਗਲਾ ਸ਼ਬਦ ਹੈ। ਮਸਲਤ ਦਾ ਅਰਥ ਹੁੰਦਾ ਹੈ ਸਲਾਹ ਦੇਣ ਵਾਲਾ, ਸਲਾਹਕਾਰ। ਪਾਤਸ਼ਾਹ ਤੂੰ ਹਮੇਸ਼ਾ ਮੇਰਾ ਮਸਲਤ ਹੈ, ਮੇਰਾ ਸਲਾਹਕਾਰ ਹੈ, ਤੂੰ ਹੈ ਨਾਲ, ਤੇ ਤੂੰ ਹਮੇਸ਼ਾ ਹੀ ਮੇਰੇ ਪਾਤਸ਼ਾਹ ਮੇਰੇ ਨਾਲ ਵੀ ਰਹਿੰਦਾ ਹੈ। ਅੱਗੇ ਕਿਹਾ ਤੂੰ ਹੈ ਰਾਖਹਿ ਸਾਰ ਸਮਾਲ, ਤੇ ਪਾਤਸ਼ਾਹ ਤੂੰ ਹੀ ਹੈ ਜੀਵਾਂ ਦੀ ਸਾਰ ਲੈ ਕੇ ਤੇ ਉਹਨਾਂ ਨੂੰ ਸੰਭਾਲ ਕੇ ਰੱਖਦਾ ਹੈ, ਉਹਨਾਂ ਦੀ ਰੱਖਿਆ ਕਰਦਾ ਹੈ। ਐਸਾ ਰਾਮ ਦੀਨ ਦੁਨੀ ਸਹਾਈ, ਜਿਹੜਾ ਮੇਰਾ ਰਾਮ ਇਹੋ ਜਿਹਾ ਉਹ ਦੀਨ ਦੁਨੀ ਲੋਕ ਤੇ ਪਰਲੋਕ ਵਿੱਚ ਸਾਥੀ ਹੈ। ਦਾਸ ਕੀ ਪੈਜ ਰੱਖੈ ਮੇਰੇ ਭਾਈ, ਹੈ ਮੇਰੇ ਭਾਈ, ਉਹ ਹਮੇਸ਼ਾ ਆਪਣੇ ਸੇਵਕ ਦੀ ਜਿਹੜੀ ਇੱਜ਼ਤ ਉਹ ਰੱਖਦਾ ਹੈ। ਆਗੈ ਆਪ ਇਹੋ ਥਾਨ ਵਸ ਜਾਕੈ, ਸੱਚੇ ਪਾਤਸ਼ਾਹ ਕਹਿੰਦੇ ਆਗੈ ਆਪ ਇਹੋ ਥਾਨ ਵਸ ਜਾਕੈ, ਜਿਸ ਪ੍ਰਮਾਤਮਾ ਦੇ ਵਸ ਵਿੱਚ ਸਾਡਾ ਇਹ ਲੋਕ ਹੈ, ਆਪ ਪਰਲੋਕ ਵਿੱਚ ਵੀ ਉਹ ਸਾਡਾ ਰਾਖਾ ਹੈ। ਆਠ ਪਹਿਰ ਮਨ ਹਰਿ ਕਉ ਜਾਪੈ, ਸੱਚੇ ਪਾਤਸ਼ਾਹ ਕਹਿੰਦੇ ਫਿਰ ਮੇਰਿਆ ਮਨਾ ਉਸ ਵਾਹਿਗੁਰੂ ਪਰਮਾਤਮਾ ਨੂੰ ਅੱਠੇ ਪੈਰ ਜਪ। ਪਤ ਪਰਵਾਨ ਸੱਚ ਨਿਸ਼ਾਨ, ਪਤ ਕਹਿੰਦੇ ਨੇ ਇੱਜ਼ਤ ਨੂੰ, ਪ੍ਰਵਾਨ ਦਾ ਅਰਥ ਕਬੂਲ ਹੋ ਗਈ, ਸੱਚ ਪਰਮਾਤਮਾ ਦਾ ਨਾਮ, ਨਿਸ਼ਾਨ, ਨਿਸ਼ਾਨ ਹੁੰਦਾ ਵੈਸੇ ਜ਼ਿੰਦਗੀ ਦੇ ਸਫ਼ਰ ਵਿੱਚ ਜਿਹੜਾ ਰਾਹਦਾਰ ਹੁੰਦਾ। ਕਹਿੰਦੇ ਇਹ ਪ੍ਰਭੂ ਉਸਨੂੰ ਤੇਰੇ ਦਰਬਾਰ ਵਿੱਚ ਇੱਜ਼ਤ ਮਿਲਦੀ ਹੈ, ਉਹ ਤੇਰੇ ਦਰ ਤੇ ਕਬੂਲ ਹੁੰਦਾ ਹੈ, ਉਸਨੂੰ ਜੀਵਨ ਸਫ਼ਰ ਵਿੱਚ ਸਦਾ ਤੇਰਾ ਰਹਿਣ ਵਾਲਾ ਨਾਮ ਰਾਹਦਾਰੀ ਵਜੋਂ ਮਿਲ ਜਾਂਦਾ ਹੈ। ਜਾ ਕਉ ਆਪ ਕਰਹਿ ਫੁਰਮਾਨ, ਜਿਸ ਸੇਵਕ ਦੇ ਵਾਸਤੇ ਤੂੰ ਆਪ ਹੁਕਮ ਕਰਦਾ ਹੈ, ਤੇ ਹੁਕਮ ਉਹਦੇ ਵਾਸਤੇ ਹੁੰਦਾ ਜਿਹੜਾ ਉਹਦੀ ਬੰਦਗੀ ਕਰਦਾ ਹੈ। ਆਪੇ ਦਾਤਾ ਆਪ ਪ੍ਰਤਪਾਲ, ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਆਪ ਹੀ ਸਭ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ। ਨਿਤ ਨਿਤ ਨਾਨਕ ਰਾਮ ਨਾਮ ਸਮਾਲ, ਹੇ ਨਾਨਕ ਤੂੰ ਸਦਾ ਹੀ ਉਸ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ। ਗਾਉੜੀ ਮਹੱਲਾ ਪੰਜਵਾ। ਸਤਿਗੁਰ ਪੂਰਾ ਭਇਆ ਕਿਰਪਾਲ, ਹਿਰਦੈ ਵਸਿਆ ਸਦਾ ਗੋਪਾਲ। ਰਾਮ ਰਵਤ ਸਦ ਹੀ ਸੁਖ ਪਾਇਆ, ਮਇਆ ਕਰੀ ਪੂਰਨ ਹਰ ਰਾਇਆ। ਰਹਾਉ ਕਹੋ ਨਾਨਕ ਜਾ ਕੇ ਪੂਰੇ ਭਾਗ, ਹਰ ਹਰ ਨਾਮ ਅਸਥਿਰ ਸੁਹਾਗ। ਅਗਲੇ ਸ਼ਬਦ ਵਿੱਚ ਪਾਤਸ਼ਾਹ ਕਹਿੰਦੇ ਸਤਿਗੁਰ ਪੂਰਾ ਭਇਆ ਕਿਰਪਾਲ। ਜਿਸ ਮਨੁੱਖ ਤੇ ਗੁਰੂ ਪੂਰਾ ਕਿਰਪਾਲ ਹੋ ਜਾਂਦਾ, ਦਇਆਵਾਨ ਹੋ ਜਾਂਦਾ ਹੈ, ਹਿਰਦੈ ਵਸਿਆ ਸਦਾ ਗੋਪਾਲ, ਤੇ ਉਹਦੇ ਹਿਰਦੇ ਦੇ ਅੰਦਰ ਸਦਾ ਲਈ ਉਹ ਗੋਪਾਲ ਧਰਤੀ ਨੂੰ ਪਾਲਣ ਵਾਲਾ ਪਰਮਾਤਮਾ ਵਸ ਜਾਂਦਾ ਹੈ। ਰਾਮ ਰਵਤ ਸਦ ਹੀ ਸੁਖ ਪਾਇਆ, ਜਿਹਨੇ ਰਾਮ ਦੇ ਨਾਮ ਨੂੰ ਜਪਿਆ ਕਹਿੰਦੇ ਉਹਨੇ ਸਦਾ ਲਈ ਸੁਖ ਪਾ ਲਿਆ। ਮਇਆ ਕਰੀ ਪੂਰਨ ਹਰ ਰਾਇਆ, ਤੇ ਉਹ ਜਪਦਾ ਹੋਏ ਜਿਹਦੇ ਤੇ ਪੂਰਨ ਹਰ ਰਾਏ ਪਰਮਾਤਮਾ ਨੇ ਆਪਣੀ ਮਾਇਆ ਕਰ ਦਿੱਤੀ। ਕਹੋ ਨਾਨਕ ਜਾ ਕੇ ਪੂਰੇ ਭਾਗ, ਕਹਿੰਦੇ ਭਾਈ ਉਸ ਜੀਵ ਦੇ ਪੂਰੇ ਭਾਗ ਜਾਗ ਪੈਂਦੇ ਨੇ। ਹਰ ਹਰ ਨਾਮ ਅਸਥਿਰ ਸੁਹਾਗ, ਜਿਹੜਾ ਉਸ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਪਰਮਾਤਮਾ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਉਹਦੇ ਨਾਮ ਨੂੰ ਹਮੇਸ਼ਾ ਜਪਦਾ ਹੈ। ਮੇਰੇ ਪਾਤਸ਼ਾਹ ਕਹਿੰਦੇ ਉਹਦੇ ਤੇ ਰਹਿਮਤਾਂ ਹਨ।
ਸੋ ਸਤਿਗੁਰੂ ਕਿਰਪਾ ਕਰਨ। ਸਮਾਂ ਅੱਜ ਦਾ ਜਿਹੜਾ ਉਹ ਸਮਾਪਤ ਹੈ। ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਅੱਜ ਪ੍ਰਵਾਨ ਕਰ ਲੈਣੀਆਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸੋ ਅਖੀਰ ਤੇ ਫਿਰ ਕਰੋ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।